मन महे चितवो चितवणी जी उदम करो उठनीत हर कीर्तन का आहारो हर देहो नानक के मीत जी हर कीर्तन का आहारो हर देहो नानक के मीत। शब्द सुरत लिव कीर्तन सच में न मिलाए गुरमुख मार्ग सचदा सच पार लगाए सच पार लगाए। हर कीर्तन सुने हर कीर्तन गावे हर कीर्तन सुने हर कीर्तन गावे तिस जन दुख निकट नहीं आवे। उदम करो करावो ठाकुरे उदम करो करावो ठाकुर पेखत साधु संग पेखत साधु संग हर हर नाम हर हर नाम हर हर नाम चरावो रंगन आपे ही प्रभु रंग। जी सो किछ कर जित मैल ना लागे हर कीर्तन में हो मन जागे। नड़िए जागिस लो नड़िए बोले गुरबाणी राम जिन सुने मन अड़ी अकथ कहानी राम अकथ कहानी राम। ज्ञान ध्यान किछ कर्म न जा सार न जाना तेरी सब ते वड्डा सतगुरु नानक जिन कल राखी में जागना जागनी का हर कीर्तन में जागना लागना लागन निका गुरु चरणी मन लागना। सुनी अरदास स्वामी मेरे सर्ब कला बनिया प्रगट पाई सगले जुग अंतर
गुरु नानक की वड्या। दास तेरे की बेनती दे कर प्रयास। दास तेरे की बेनती दे कर प्रयास। दास तेरे की बेनती दे कर प्रयास। दास तेरे की बेनती दास तेरे की बेनती कर प्रयास। दास तेरे की बेनती कर प्रयास। तेरी कृपा से पार ब्रह्म चौखड़ को दास। तेरी कृपा से पार ब्रह्म चौखड़ को दास। दास तेरे की बेनती तुम्हारी कृपा से पार ब्रह्म चौखड़ को दास। तुम्हारी कृपा से पार ब्रह्म चौखड़ को दास। दास तेरे की बेनती कर प्रयास। दास तेरे की बेनती कर प्रयास। कमल का आसरा प्रभु तीर्थ गुण दास। चरण कमल का आसरा प्रभु तीर्थ गुण दास। तेरे की बेनती कर प्रयास।
सब शरणागति जाको निर्मल दास नानक सब शरणागति जाको निर्मल दास दास तेरी बेनती हृद कर परदास दास तेरी बेनती हृद कर परदास कृपा से पार ब्रह्म दोषन हो दास तुम्हारी कृपा से पार ब्रह्म दोषन हो दास दास तेरी बेनती हृद कर परदास दास तेरी बेनती हृद कर परदास एक दात कीर्तन दी है ਜਿਹੜੀ ਮਿਟਦੀ ਨਹੀਂ ਬਹੁਤੀਆਂ ਦਾਤਾਂ ਮਿਟ ਜਾਂਦੀਆਂ ਨੇ ਬਿਨਸ ਜਾਂਦੀਆਂ ਨੇ ਇਹ ਦਾਤ ਬਿਨਸਦੀ ਨਹੀਂ ਨਾ ਇਹ ਦਾਤ ਬਿਨਸੇ ਤੇ ਜਿੰਦੇ ਕੋਲੇ ਦਾਤ ਹੋਵੇ ਉਹ ਵੀ ਨਹੀਂ ਬਿਨਸਦਾ ਆਖੋ ਸੀ ਇਹ ਗੁਰੂ ਨਾਨਕ ਦੇ ਘਰ ਦੀ ਸਭ ਤੋਂ ਮਹਿੰਗੀ ਤੇ ਵੱਡੀ ਦਾਤ ਹੈ ਗੁਰੂ ਨਾਨਕ ਪਾਤਸ਼ਾਹ ਦਾ ਕੀਰਤਨੀਆ ਮਰਦਾਨਾ ਜਿੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਕੋਈ ਵੀ ਬਚਨ ਆਉਂਦਾ ਹੈ ਨਾਲ ਕੀਰਤਨੀਏ ਮਰਦਾਨੇ ਦਾ ਵੀ ਆਉਂਦਾ ਹੈ ਇਹ ਕੀਰਤਨੀਏ ਜਿਨ੍ਹਾਂ ਦੀ ਗੁਰੂ ਨਾਨਕ ਸਾਹਿਬ ਨੇ ਕੀਰਤ ਉਸਤਤ ਗਾਈ ਹੋਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਰਦਾਨੇ ਦਾ ਨਾਮ ਲਿਖਿਆ ਸ਼ਬਦ ਦੇ ਨਾਲ ਇਹਨਾਂ ਕੀਰਤਨੀਆਂ ਦੀ ਕੀਤੀ ਹੋਈ ਕੀਰਤ ਉਸਤਤ ਸੱਤੇ ਤੇ ਬਲਵੰਡੇ ਦੀ ਵਾਰ ਹੈ ਗੁਰੂ ਗ੍ਰੰਥ ਸਾਹਿਬ ਅਜੇ ਕਿ ਸੰਤਾਂ ਭਗਤਾਂ ਮਹਾਂਪੁਰਖਾਂ ਦੀ ਬਾਣੀ ਗੁਰੂਆਂ ਦੀ ਬਾਣੀ ਤੇ ਕੀਰਤਨੀਆਂ ਨੂੰ ਵੀ ਸੰਗ ਰੱਖਿਆ ਹੈ ਤੇ ਰੱਖਿਆ ਉੱਥੇ ਜਿੱਥੇ ਆਪ ਬਰਾਈ ਦੇ ਬੜੇ ਬੜੇ ਸਿੱਖ ਹੋਏ ਸਤਿਗੁਰਾਂ ਦੇ ਬਾਬਾ ਬੁੱਢਾ ਜੀ ਘੱਟ ਨਹੀਂ ਸਨ ਭਾਈ ਗੁਰਦਾਸ ਜੀ ਦੀ ਰਚਨਾ ਨੂੰ ਮਾਣ ਸਨਮਾਨ ਦੇਤਾ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖਿਆ ਬੜੇ ਸੰਤ ਭਗਤ ਗੁਰਸਿੱਖ ਹੋਏ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਦਰਜ ਪਰ ਇੱਕ ਕੀਰਤਨੀਆ ਮਰਦਾਨਾ ਤੇ ਸੱਤਾ ਤੇ ਬਲਵੰਡ ਤੇ ਜਿਹੜੇ ਭਗਤ ਇਹ ਕੀਰਤਨੀਏ ਸੀ ਆਖੋ ਸੀ ਵਾਹਿਗੁਰੂ ਜੀ ਇਹਨਾਂ ਦੇ ਜ਼ਿਕਰ ਪੜੋ ਜਿੰਨੇ ਭਗਤ ਹੋਏ ਨੇ ਇਹ ਸਾਰੇ ਕੀਰਤਨ ਕਰਨ ਵਾਲੇ ਭਗਤ ਕੀਰਤਨੀਏ ਸੀ ਜਿਸ ਦੇ ਕੋਲ ਬਾਬਾ ਜੀ ਕਹਿੰਦੇ ਸੀ ਕੀਰਤਨੇ ਉਹਦੇ ਕੋਲ ਤਾਂ ਮੋਲਕ ਲਾਲ ਹੈ ਹੀਰਾ ਏ ਜਿਹੜੀ ਕਿ ਹੀਰੇ ਲਾਲਾ ਨਾਲ ਦੁਨੀਆ ਦੀ ਹਰ ਚੀਜ਼ ਲਈ ਜਾ ਸਕਦੀ ਦੂਜੀਆਂ ਵਸਤੂਆਂ ਨਾਲ ਕੋਈ ਚੀਜ਼ ਖਰੀਦੀ ਜਾ ਸਕਦੀ ਕੋਈ ਨਹੀਂ ਪਰ ਇਹ ਸਭ ਤੋਂ ਕੀਮਤੀ ਹੈ ਕੀਰਤਨ ਨਿਰਮੋਲਕ ਹੀਰਾ ਭਾਜੀ ਨੇ ਅੱਜ ਪ੍ਰਸੰਗ ਸ਼ੁਰੂ ਕੀਤਾ ਸੀ ਬੇਨਤੀ ਦਾ ਝੋਲੀ ਅੱਡ ਕੇ ਮੰਗਣ ਦਾ ਉਸੇ ਪ੍ਰਸੰਗ ਨੂੰ ਅੱਗੇ ਤੋਰਿਆ ਏ ਕਿ ਹੁਣ ਪ੍ਰਸੰਗ ਸਾਡਾ ਏ ਗੁਰੂ ਨਾਨਕ ਤੋਂ ਕੀਰਤਨ ਦੀ ਦਾਤ ਲੈਣ ਦਾ ਕਿ ਕੀਰਤਨ ਦੀ ਦਾਤ ਉਹ ਬਖਸ਼ੋ ਜਿਹੜੀ ਉਹਨਾਂ ਨੂੰ ਬਖਸ਼ੀ ਜਿਨ੍ਹਾਂ ਦਾ ਕੀਰਤਨ ਤੁਹਾਨੂੰ ਚੰਗਾ ਲੱਗਿਆ ਜਿਨ੍ਹਾਂ ਦਾ ਕੀਰਤਨ ਤੁਹਾਨੂੰ ਪਾਇਆ ਤੇ ਉਹਨਾਂ ਤੇ ਟੁੱਟ ਪਏ ਰੀਝ ਗਏ
ਸੰਤ ਸੁਜਾਨ ਸਿੰਘ ਦਾ ਕੀਰਤਨ ਬਾਬੇ ਆਨੰਦ ਸਿੰਘ ਨੂੰ ਭਾਇਆ। ਕੋਈ ਕੀਰਤਨ ਉਸ ਕੀਰਤਨੀਏ ਨੂੰ ਦਿੱਲੀ ਚੋਂ ਖਤਮ ਕਰ ਸਕਿਆ ਹੈ? ਬਾਬਾ ਆਨੰਦ ਸਿੰਘ ਨੂੰ ਭਾ ਗਿਆ, ਗੁਰੂ ਨਾਨਕ ਸਾਹਿਬ ਨੂੰ ਭਾ ਗਿਆ। ਇਹ ਨਿਰੰਕਾਰ ਦੇ ਬਚਨ ਹੈ ਕਿ ਜਿਹੜੀ ਵਸਤੂ ਮੇਰੇ ਸੰਤਾਂ ਨੂੰ ਭਾ ਜਾਏਗੀ ਉਹ ਮੈਨੂੰ ਪਾਏਗੀ। ਇਹ ਬਚਨ ਹੈ। ਜੋ ਮੇਰੇ ਪਿਆਰਿਆਂ ਕੋਲ ਵਸਤੂ ਆਏਗੀ ਉਹ ਮੇਰੇ ਕੋਲ ਆਏਗੀ। ਜੋ ਮੇਰੇ ਪਿਆਰਿਆਂ ਦਾ ਅਪਮਾਨ ਕਰੇਗਾ ਉਹ ਮੇਰਾ ਕਰੇਗਾ। ਜੋ ਮੇਰੇ ਪਿਆਰਿਆਂ ਦਾ ਮਾਣ ਕਰੇਗਾ ਉਹ ਮੇਰਾ ਕਰੇਗਾ। ਜੋ ਮੇਰੇ ਪਿਆਰਿਆਂ ਦੀ ਸੰਗਤ ਕਰੇਗਾ ਉਹ ਮੇਰੀ ਸੰਗਤ ਕਰੇਗਾ। ਮੇਰੀ ਜੀਵਨ ਮੇਰੇ ਦਾਸ ਆਖੋ ਸੀ। ਵਾਹਿਗੁਰੂ ਜੀ। ਮੇਰੀ ਬਾਂਦੀ ਭਗਤ ਛਡਾਵੇ, ਬਾਂਦੇ ਭਗਤ ਨਾ ਛੁੱਟੇ ਹੋਏ। ਇਹ ਸਾਰੇ ਸ਼ਬਦ ਦੇ ਵਿੱਚ ਨਿਰੰਕਾਰ ਨੇ ਇਹੀ ਆਖਿਆ ਹੈ ਕਿ ਭਗਤਾਂ ਨੂੰ ਇੰਨਾ ਮੈਂ ਮਾਣ ਸਨਮਾਨ ਦੇਣਾ ਆਪਣੇ ਨਾਲੋਂ ਵੱਧ ਕੇ। ਕੋਈ ਆਪਣੀ ਕਹੀ ਹੋਈ ਗੱਲ ਮੈਂ ਵਾਪਸ ਲੈ ਲਾਂਗਾ, ਪਰ ਇਹਨਾਂ ਦੀ ਮੈਂ ਵਾਪਸ ਨਹੀਂ ਲਾਂਗਾ ਕੋਈ ਵੀ। ਸਗਲ ਗੁਣ ਬੰਦ ਸਗਲ ਕੀ ਜੀਵਨ ਕਿਵੇਂ ਹੈ ਜੀ? ਮੇਰੀ ਜੀਵਨ ਮੇਰੇ ਦਾਸ, ਮੇਰੀ ਜੀਵਨ ਮੇਰੇ ਦਾਸ। ਮੇਰੀ ਬਾਂਦੀ ਭਗਤ ਛਡਾਵੇ, ਬਾਂਦੇ ਭਗਤ ਨਾ ਛੁੱਟੇ ਮੋਹ। ਸੰਤ ਸੁਜਾਨ ਸਿੰਘ ਜੀ ਦਾ ਕੀਰਤਨ, ਇਹ ਪੁਰਾਣੇ ਇਤਿਹਾਸ ਆਪਾਂ ਹੌਲੀ ਹੌਲੀ ਨਾਲ ਸ਼ੁਰੂ ਕਰਾਂਗੇ। ਪਰ ਅੱਜ ਹੁਣ ਸਮੇਂ ਦੀ ਪਹਿਲੀ ਗੱਲ ਵਿਚਾਰੋ ਕਿ ਦਿੱਲੀ ਜਾ ਕੇ ਦਰਸ਼ਨ ਕਰ ਲਓ ਕਿ ਸੰਤ ਸੁਜਾਨ ਸਿੰਘ ਦੇ ਘਰ ਸੰਗਤ ਐਵੇਂ ਹੀ ਬੈਠੀ ਹੈ ਜਿਵੇਂ ਇੱਥੇ ਬੈਠੀ। ਸਾਨੂੰ ਕਿਸੇ ਨੇ ਕੀਤਾ ਫੋਨ, ਭਜਨ ਸਿੰਘ ਨਾਲ ਸੀ, ਵੀ ਤੁਸੀਂ ਇੱਥੋਂ ਲੰਘਣਾ ਹੈ ਕੈਥਲ ਤੋਂ ਤੇ ਕੋਈ ਜਲ ਪਾਣੀ ਸਾਡੇ ਕੋਲੋਂ ਛਕ ਜੋ ਘਰੇ ਆ ਕੇ। ਅਸੀਂ ਕਿਹਾ ਵੀ ਇੰਨਾ ਦਾ ਟਾਈਮ ਨਹੀਂ, ਤੁਸੀਂ ਸੜਕ ਤੇ ਆ ਜਾਓ। ਉਹਨਾਂ ਨੇ ਕਿਤੇ ਆ ਕੇ ਨੰਬਰ ਲੈ ਲਿਆ ਸੀ ਟੀਵੀ ਚੈਨਲ ਤੋਂ। ਉਹ ਜਲ ਪਾਣੀ ਲੈ ਕੇ ਆ ਗਏ ਉੱਥੇ। ਉਹਨਾਂ ਨੇ ਇੱਕ ਬਚਨ ਸੁਣਾਇਆ, ਕਹਿੰਦੇ ਜੀ ਸਾਡੇ ਵੱਡਿਆਂ ਨੇ 52 ਸਾਲ ਪ੍ਰਸ਼ਾਦ ਦੀ ਦੇਗ ਦੀ ਸੇਵਾ ਕੀਤੀ ਸੰਤ ਸੁਜਾਨ ਸਿੰਘ ਜੀ ਦੇ ਅਸਥਾਨ ਤੇ ਕਰੋੜ ਬਾਗ। ਤੇ ਕੁਝ ਸਮਾਂ ਹੋਇਆ ਉਹ ਸਰੀਰ ਛੱਡ ਗਏ ਨੇ। 2-3 ਦਿਨ ਪਹਿਲੋਂ ਕਹਿਣ ਲੱਗੇ ਵੀ ਮੈਂ ਅੱਗੇ ਹੁਣ ਜਾਣਾ, ਪਹਿਲੋਂ ਮੈਂ ਆਪਣਾ ਅੱਗੇ ਥਾਂ ਦੇਖ ਆਵਾਂ ਵੀ ਪੂਰਾ ਤਿਆਰ ਹੈ, ਬਣ ਗਿਆ ਹੈ, ਕਿਹੋ ਜਿਹਾ, ਫਿਰ ਜਾਵਾਂਗਾ। ਜਾ ਕੇ ਆਪਣਾ ਅੱਗੇ ਥਾਂ ਵੇਖ ਕੇ ਸਾਰਾ ਕੁਝ ਆਣ ਕੇ ਕਹਿੰਦਾ ਮੈਂ ਦੇਖ ਆਇਆ ਥਾਂ, ਮੇਰਾ ਅੱਗੇ ਸਥਾਨ ਤਿਆਰ ਹੈ, ਸਭ ਕੁਝ ਤਿਆਰ ਹੈ, ਤੇ ਇੰਨੇ ਸਮੇਂ ਬਾਅਦ ਮੈਂ ਸਰੀਰ ਛੱਡ ਜਾਣਾ। ਆਪਣੇ ਪਰਿਵਾਰ ਨੂੰ ਸਭ ਨੂੰ ਦੱਸ ਦਿੱਤਾ। ਕਿੱਥੋਂ ਦਾ ਸੇਵਕ? ਗੁਰੂ ਨਾਨਕ ਦੇ ਕੀਰਤਨੀਏ ਦੇ ਜੋੜੇ ਚਾੜਨ ਵਾਲਾ। ਇਹ ਸਭ ਤੋਂ ਵੱਡੀ ਦਾਤ। ਜੇ ਗੁਰੂ ਨਾਨਕ ਕੀਰਤਨ ਸੁਣੇ, ਮੈਂ ਸੋਚ ਰਹੀ ਬਾਬਾ ਜੀ ਨੇ ਇਹ ਬਚਨ ਮੈਨੂੰ ਕਿਉਂ ਕਿਹਾ। ਭਾਜੀ ਦਾ ਕੀਰਤਨ ਲੱਗਿਆ ਹੋਇਆ ਸੀ, ਟੀਵੀ ਰੱਖਿਆ ਸੀ ਬਾਬਾ ਜੀ ਨੇ, ਬਾਹਰੀਆਂ ਤਾਰਾਂ ਤਾਂ ਨਹੀਂ ਸੀ ਕਿਸੇ ਕੇਬਲ ਦੀਆਂ ਜਾਂ ਕਿਸੇ ਡਿਸ਼ ਦੀਆਂ, ਤੇ ਉਹ ਜਿੰਦੇ ਵਿੱਚ ਉਹ ਕੈਸਟ ਪਾਈ ਦੀ ਸੀ ਨਾਲ ਉਹ ਸੀ ਤੇ ਨਾਲ ਟੀਵੀ ਸੀ। ਹਾਂਜੀ ਆ ਕੋਈ ਕਹਿ ਲਓ ਉਹ ਜਿੰਦੇ ਸੀਡੀ ਪਾਈ ਦੀ, ਆ ਮੈਨੂੰ ਨਾਂ ਨੂੰ ਨਹੀਂ ਨਾ ਆਉਂਦਾ। ਟੀਵੀ ਪਲੇਅਰ। ਹਾਂਜੀ ਸੀਡੀ ਪਲੇਅਰ। ਹਾਂ ਠੀਕ ਹੈ। ਉਹ ਬਾਬਾ ਜੀ ਇਹਨਾਂ ਦਾ ਕੀਰਤਨ ਦੇਖ ਰਹੇ ਸੀ, ਸਾਰੇ ਕੀਰਤਨੀ ਇਕੱਠੇ ਬੈਠੇ ਸੀ। ਬਾਬਾ ਜੀ ਕਹਿੰਦੇ ਵੀ ਕੀਰਤਨ ਐਵੇਂ ਵੀ ਆਪਾਂ ਵੀ ਐਵੇਂ ਸਾਰੇ ਕਰੀਏ, ਅਸੀਂ ਵੀ ਬੈਠਾਂਗੇ। ਕਹਿੰਦੇ ਅਸੀਂ ਵੀ ਬੈਠਾਂਗੇ, ਇਸ ਤਰ੍ਹਾਂ ਕੀਰਤਨ ਕਰੀਏ। ਉਹ ਆ ਬਚਨ ਸੀ ਉਹਨਾਂ ਦਾ, ਆਖੋ ਸੀ। ਵਾਹਿਗੁਰੂ ਜੀ। ਉਹ ਬੈਠੇ ਨਹੀਂ,
जे बाबा कुंदन सिंह जी की याद विच मौजूद है तो वह हाजिर ने। उन्हां दा आसन लग्या है, वो अपने आसन ते विराजमान ने। वो श्री गुरु ग्रंथ साहिब विच भेद ने, नहीं भी कोई आसन होएगा तो महापुरुषों का आसन ओहो ही है जो निरंकार दा आसन है। अपने निरंकार च समा जाते ने। ज्यों जल में जल आए खटाना, त्यों ज्योति संग ज्योत समाना। तू तू करता तू हुआ, राम कबीरा एक पै है, उन्हां दा फर्क नहीं। तू किस भावना नाल याद कर, ये तेरी गल है, तेरी भावना है। उन्होंने मंजिया ते बिठाला, वखरे आसना ते बिठाला, उन्होंने सतगुणां दे विच ही समझ ला, उन्होंने अपने हिरदे च बिठाला, उन्होंने संगत विच देख ला, उन्होंने बचन मन के, उन्होंने बचना द्वारा अंग संग समझ गुर का बचन बसे जी नाले। ये उन्हों दी अपनी दया है। पर जिस समागम में बाबा कुंदन सिंह जी की याद है, उस समागम चो आपने आखो श्री वाहिगुरू। ते मैं विचार रहा सी, बाबा जी ने यह बचन मैनू भी क्या 2-3 बारी दास नूं दोहराया। नाल इन्हां दा कीर्तन चल रहा सी ते नाल बाबा जी कहते सी इस तरह सारे बैठिए ते असीं भी बैठांगे नाल। ते मैं ये बाबा जी का बचन सी भी महापुरुषों का बचन मन लेना चाहिए। मैं एक मूवी वाले नूं तैयार किया, एक कैमरे वाले नूं तैयार किया, बाहर उदों ही एक दिन दे विच ही बाहर मैं तैयारी कर ली, दरियां विछा लियां, बाबा जी विच बैठ गए, इधर जोड़ियां वाले सारे बिठा दे, इधर वाजे वाले सारे बिठा दे। एक बारी सारे सेंचियां पोथियां वाले बिठा दिते, सारे कीर्तन करन बैठ गए। बाबा गुरमेल सिंह जी, बाबा गुरचरण सिंह जी, संत हरभजन सिंह जी वड्डे, संत हरभजन सिंह जी छोटे, जिन्ने बाबा जी दे कीर्तन से सारे नाल बैठ के मैं क्या एक बारी बचन मंड लो, महापुरुष का बचन आया है, खुशी आई है। तो वो फिर असी इन्ना कुछ जगह प्रोग्राम उत्थे बाहर दरी विछा के बना दिता। उन्हां दा बचन सी ते ये बचन दे सदका आ कीर्तन हो रहे ने, उन्हां दे बचन दे सदका जिहड़े सारे बैठे आ। कहंदे सी सारे नाल कीर्तनीए भी बैठन, अपने जिहड़े बेहंगम वो भी, असी भी नाल बैठांगे। जह कीर्तन तेरा साधु गावे, तै मेरा मन लागे। जिथे कोई रब दा प्यारा कीर्तन करे, उथे परमेश्वर आप विराजमान हुंदा है। उन्हां दे कीर्तनीए दे बचन सुनाया उस गुरमुख ने कि वो जाके अगे देख आए अपनी बनी हुई जगह, ते फिर आन के शरीर छड्डिया। अनेका ही कौतक वरतदे ने, एक नहीं अनेका ही। जिथे परमेश्वर की मालक की याद है, शक्ति है, उथे कोई ना कोई कौतक वरतदे रहिंदे आ। जिथे उनकी शक्ति नहीं, वो मालक नहीं हाजिर, उथे कोई कौतक भी नहीं वरतदा। इस करके सारे आपने मंग अज प्रकरण भाजी ने शुरू किया। मंगण दा साडे विच गुण कोई नहीं, निर्गुण आरे गुण नहीं कोई, तुम दान दियो मेहरबाना। तुसी मेहरबान हो के दान दियो। मरदाने ने गुरु नानक साहब तो मंगिया सी, गुरु नानक साहब दा विआह सी, सब नूं दे रहे सन। मरदाना एक पासे जे खड़ा होया सी, उत्थे जिन्हां दे विआह हुंदे सी, उन्हां दे नाई, उन्हां दे मराशी, उन्हां दे लागी सारे उस विआहां च आ जांदे सन।
ਤੇ ਉਹ ਇੱਕ ਪਾਸੇ ਖੜਾ ਸੀ। ਮਰਦਾਨਿਆ ਤੂੰ ਦੱਸ ਕੀ ਚਾਹੀਦਾ, ਤੈਨੂੰ ਕੀ ਚਾਹੀਦਾ, ਤੂੰ ਕੀ ਲੈਣਾ ਹੈ? ਕਹਿੰਦਾ ਜੀ ਮੈਂ ਮੰਗਣ ਵੇਲੇ ਹੋ ਸਕਦਾ ਤੁਸੀਂ ਵੱਧ ਦੇਣਾ ਹੋਵੇ, ਮੈਂ ਕੋਈ ਛੋਟੀ ਚੀਜ਼ ਮੰਗਣਾ, ਤੇ ਤੁਸੀਂ ਆਪ ਦਿਆਲ ਹੋ ਕੇ ਜਿਹੜੀ ਮਰਜ਼ੀ ਦੇ ਦਿਓ। ਆਖੋ ਸੀ ਮੈਂ ਮੰਗਦਾ ਨਹੀਂ ਕੁਝ ਤੁਹਾਡੇ ਕੋਲੋਂ। ਅੱਜ ਵਿਆਹ ਗੁਰੂ ਨਾਨਕ ਸਾਹਿਬ ਦਾ ਪ੍ਰਸੰਨ ਨੇ, ਸਭ ਦੀਆਂ ਜੋ ਮਨ ਦੀਆਂ ਮੰਗਾਂ ਸਨ ਉਹ ਪੂਰੀਆਂ ਕੀਤੀਆਂ। ਮਰਦਾਨੇ ਨੂੰ ਵੀ ਕਿਹਾ ਮੰਗ। ਮਰਦਾਨਾ ਕਹਿੰਦਾ ਜੀ ਮੈਂ ਕਿਤੇ ਛੋਟੀ ਚੀਜ਼ ਨਾ ਮੰਗਣਾ, ਤੁਸੀਂ ਵੱਡੀ ਨਾ ਦੇਣੀ ਹੋਵੇ। ਭਾਵੇਂ ਮਰਦਾਨੇ ਨੇ ਦੁਨਿਆਵੀ ਪੱਖ ਹੀ ਸੋਚਿਆ ਹੋਵੇ, ਕੁਝ ਵੀ ਸੋਚਿਆ ਹੋਵੇ, ਪਰ ਮਾਲਕ ਰੀਝ ਗਿਆ। ਜਿਵੇਂ ਬਾਬਾ ਸਾਹਿਬ ਸਿੰਘ ਜੀ ਬੇਦੀ ਵੇਲੇ ਕਲੰਦਰ ਵਾਲਾ, ਉਹਨੇ ਮੱਥਾ ਟਿਕਾਇਆ ਰਿਸ਼ ਨੂੰ, ਕਹਿੰਦਾ ਟੇਕ ਮੱਥਾ, ਵੱਡੇ ਆਇਆ ਵੱਡੀ ਦਾਤ ਦੇਣਗੇ। ਸੰਤਾਂ ਨੇ ਮਾਇਆ ਦੇ ਕੇ ਗਿਣਤੀ ਕਰਕੇ ਉਹਦਾ ਹਿਸਾਬ ਹੀ ਨਿਬੇੜ ਦਿੱਤਾ। ਉਹ ਰਿਸ਼ ਮਰ ਗਿਆ। ਕਹਿੰਦਾ ਮਹਾਰਾਜ ਇਹ ਮਰ ਗਿਆ। ਇਹ ਕਹਿਣ ਲੱਗੇ ਜਿੰਨਾ ਤੈਨੂੰ ਲੇਖਾ ਇਹਨੇ ਦੇਣਾ ਸੀ ਉਹਨਾਂ ਅਸੀਂ ਦੇਤਾ ਏ, ਇਹਦਾ ਜਨਮ ਮਰਨ ਕੱਟਤਾ। ਤੂੰ ਵੱਡੀ ਦਾਤ ਮੰਗੀ ਸੀ, ਫਿਰ ਵੱਡੀ ਹੀ ਦਿੱਤੀ ਹੈ। ਕਰ ਕਿਰਪਾ ਕਰੋ ਪ੍ਰਭ ਦਾਤ, ਤੁਮਰੀ ਉਸਤਤ ਕਰੋ ਦਿਨ ਰਾਤ। ਦਇਆ ਕਰੋ ਠਾਕੁਰ ਪ੍ਰਭ ਮੇਰੇ, ਗੁਣ ਗਾਵੇ ਨਾਨਕ ਨਿਤ ਤੇਰੇ। ਨਾ ਦਿਨ ਨੂੰ ਛੱਡਿਆ ਨਾ ਰਾਤ ਨੂੰ ਛੱਡਿਆ। ਆਪ ਕਿਰਪਾ ਕਰਕੇ ਇਹ ਦਾਤ ਦਿਓ ਕਿ ਮੈਂ ਤੁਹਾਡੀ ਉਸਤਤ ਕਰਾਂ, ਤੇ ਕਰਾਂ ਦਿਨੇ ਵੀ ਤੇ ਉਸਤਤ ਕਰਾਂ ਰਾਤ ਵੀ। ਤੇ ਦਇਆ ਕਰੋ ਮੇਰੇ ਤੇ ਮੈਂ ਗੁਣ ਗਾਵਾਂ। ਪਿਆਰਿਓ ਆ ਜਿੰਨੇ ਬੈਠੇ ਆ ਨਾ ਸਾਰੇ, ਗੁਰੂ ਨਾਨਕ ਦੀ ਮਿਹਰ ਨਾਲ ਆਪਾਂ ਸਾਰੇ ਦਿਨ ਰਾਤ ਉਸਤਤ 'ਚ ਉਹਨਾਂ ਨੇ ਕਿਰਪਾ ਕੀਤੀ ਜੁੜੇ ਹੋਏ ਆ। ਜਿਹੜੇ ਪਿਆਰ ਵਾਲੇ ਆ ਉਹ ਰਾਤਾਂ ਦਾ ਕੀਰਤਨ 'ਚ ਬਤਾਉਂਦੇ ਆ, ਦਿਨੇ ਘਰੇ ਜਾ ਕੇ ਸੰਗੀਆਂ ਸਾਥੀਆਂ ਵਿੱਚ ਰਾਤ ਦੀਆਂ ਗੱਲਾਂ ਕਰਕੇ ਦਿਨ ਬਿਤਾ ਲੈਂਦੇ ਆ। ਉਹਨਾਂ ਦਾ ਦਿਨ ਰਾਤ ਉਸਤਤ 'ਚ ਹੀ ਲੰਘਦਾ ਹੈ। ਆਖੋ ਸ੍ਰੀ ਵਾਹਿਗੁਰੂ ਜੀ। ਜਿਨ੍ਹਾਂ ਨੇ ਰਾਤਾਂ ਦੇ ਆਨੰਦ ਮਾਣੇ ਉਹ ਦਿਨੇ ਯਾਦ ਕਰਦੇ ਰਹਿੰਦੇ ਉਹਨਾਂ ਆਨੰਦਾਂ ਨੂੰ। ਜਿਹਨੇ ਦਿਨੇ ਆਨੰਦ ਮਾਣੇ ਉਹ ਰਾਤੀ ਯਾਦ ਕਰਦਾ ਰਹਿੰਦਾ। ਸੁਪਨੇ ਵੀ ਉਹਨੂੰ ਉਹੋ ਹੀ ਆਉਂਦੇ ਨੇ। ਇਸ ਕਰਕੇ ਦਿਨ ਰਾਤ ਹੀ ਗੁਣ ਗਾਉਂਦਿਆਂ ਬਤੀਤ ਹੋ ਜਾਂਦੇ ਆ। ਗੁਣ ਗਾਉਂਦਿਆਂ ਦਿਨ ਰਾਤ ਹੀ ਲੰਘ ਜਾਂਦੇ ਆ। ਸੁਰਤ ਜੁੜੀ ਹੁੰਦੀ ਹੈ। ਆਉਣਾ ਸੰਗਤ ਵਿੱਚ ਬੈਠਣਾ ਬਿਰਾਜਣਾ, ਘਰੇ ਜਾਣਾ ਤੇ ਗੱਲਾਂ ਸੰਗਤ ਦੀਆਂ ਹੀ ਕਰਨੀਆਂ, ਸਤ ਸੰਗਤ ਦੀਆਂ ਹੀ। ਉਹੋ ਹੀ ਬਚਨ ਯਾਦ ਕਰਨੇ, ਉਹੋ ਹੀ ਸ਼ਬਦ, ਉਹੋ ਹੀ ਗੁਰਬਾਣੀ, ਉਹੋ ਹੀ ਸਾਖੀਆਂ ਵਾਰ-ਵਾਰ ਦੁਹਰਾਉਣੀਆਂ। ਬੱਚਾ ਸਕੂਲ ਪੜ੍ਹਦਾ ਏ, ਘਰੇ ਜਾ ਕੇ ਉਹਨੂੰ ਯਾਦ ਕਰਦਾ, ਦੁਬਾਰਾ ਮਿਹਨਤ ਕਰਦਾ ਕਿਤੇ ਭੁੱਲ ਨਾ ਜਾਵੇ। ਤੇ ਇਹ ਆਪ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਹਾਜ਼ਰ ਨਾਜ਼ਰ ਪ੍ਰਤੱਖ ਨੇ। ਇਹ ਇੱਥੇ ਤਾਂ ਸਾਨੂੰ ਆਪਣੀਆਂ ਪੜ੍ਹਾਈਆਂ ਕਰਾਉਂਦੇ ਆ, ਘਰੇ ਸਾਡੀਆਂ ਟਿਊਸ਼ਨਾਂ ਪੜ੍ਹਾਉਂਦੇ ਆ। ਆਖੋ ਸ੍ਰੀ ਵਾਹਿਗੁਰੂ। ਘਰੇ ਵੀ ਸਾਡੀ ਕਲਾਸ ਲਾ ਲੈਂਦੇ ਆ। ਜਦੋਂ ਇਕੱਲੇ ਬਹਿ ਜਾਓ ਕਿਤੇ ਜਾਂ ਸੰਗੀਆਂ ਸਾਥੀਆਂ 'ਚ ਬਹਿ ਜਾਓ, ਉਹ ਤੱਕ ਜਰਰੇ ਜਰਰੇ 'ਚ ਵਿਆਪਕ ਨੇ, ਘੱਟ ਘੱਟ ਵਿੱਚ ਵਿਆਪਕ ਨੇ। ਜਿੱਥੇ ਵੀ ਬੈਠਾਂਗੇ ਬਿਰਾਜਾਂਗੇ ਉੱਥੇ ਉਹਨਾਂ ਨੇ ਸਾਡੀ ਕਲਾਸ ਲਵਾ ਲੈਣੀ। ਤੇ ਆਪ ਪ੍ਰਤੱਖ ਇਸ ਕਰਕੇ ਮੰਗੀਏ ਆਹ ਕੁਝ। ਆਖੋ ਸ੍ਰੀ ਵਾਹਿਗੁਰੂ। ਆਹ ਹੀ ਮੰਗੀਏ ਗੁਰੂ ਨਾਨਕ ਪਾਤਸ਼ਾਹ ਤੋਂ। ਕੀਰਤਨ ਨਾਮ ਸਿਮਰਤ ਰਹੋ, ਜਪ ਲਗ ਸਚ ਸਾਸ। ਕੀਰਤਨ ਨਾਮ ਸਿਮਰਤ ਰਹੋ, ਜਪ ਲਗ ਸਚ ਸਾਸ। ਨਾਮ ਸਿਮਰਤ ਰਹੋ,
ਅੰਮ੍ਰਿਤਸਰ ਦੀ ਸੰਗਤ ਬਾਬਾ ਨੰਦ ਸਿੰਘ ਜੀ ਦੇ ਦਰਸ਼ਨਾਂ ਨੂੰ ਚੱਲੀ ਬੜੀ ਭਾਵਨਾ ਨਾਲ। साधु को मिलने जाइए साथ न लीजिए कोई, पाशे पाओ न दीजिए आगे होए सो होए। किस साधु नूं मिलने चले जिस साधु दे कोल कुंजी है, कुंजी खजाने। राम नाम रतन कीर्तन वथ साधु पासर कीजिए। उन्हां कोल कुंजियां ने, जिस वखर को लैन तू आया राम नाम संतन कर पाया कुंजी। राम नाम धन पूंजी रखी संतन हथ कुंजी। ते कुंजी वाला ही खोल के दे सकता है, कुंजी वाला ही कुंजी लाएगा, ताला खोल के ते दात दे देवेगा। उस साधु दे दर्शनां नूं संगत चली, पर फुलना बना बैठे कि पूरे महापुरख तां जाणांगे जे सानू पूड़ियां छोले खो। पूड़ियां छोले सानू छकाउण, फिर जाणांगे पूरे महापुरख। जिवें जगराओं दा नत्था सिंह दर्जी सी, बाबा नंद सिंह जी दे दर्शनां नूं आया ते फुरना बना लिया कि जे संत अंतरयामी होणगे, कोई बचन मैनू अंतरयामता नाल मेरा दसणगे ते मैं मन्नांगा। जदों बाबा जी कोल गया, बाबा जी नूं मत्था टेकिया बैठिया। बाबा जी कहंदे करनियां लीरा चोरी ते परखना साधा। करनियां टाकियां चोरी, परखना साधा। उदों ही दसदा कि तू दर्जी है। बचन इहो जिहे हिसाब नाल कीते, मन मन गया कि पहली बार आया, कदी आया नहीं। ते मन च फुरना बना बैठा ते महापुरखा ने सामने ही रखता सारा। फड़ लिया मन, मन का फुरना साधु ने फड़ लिया, मन ही काबू कर लिया। समझो बाबा जी डिप्टी नरिंदर सिंह मोगे लगा होया सी, DSP उस समय। बाबा नरिंदर सिंह जी जिहड़े बहुत प्रचार किया, उन्होंने हुण भी उन्होंने गां बहुत प्रचार कर रहे हैं। उन्होंने सेवक बहुत प्यार वाले सन डिप्टी नरिंदर सिंह। बाबा जी दे कोल आए, डिप्टी लगे सी मोगे उस समय का डिप्टी, अजकल के DIG वर्गा सी। इन्नी पावर सी, अंग्रेजों वेले दा राज सी। बाबा जी कहते डिप्टी साहब पूड़ियां ते छोले तैयार करवा के लियाओ मोगे। उन्होंने खुला लंगर तैयार करके ले आंदा। संगत आई अमृतसर वाली, बाबा जी कहते इन्हां दीयां पंगतां लवाओ, पहलों बाद इन्हां नाल गल करांगे, फिर पहलों पूड़ियां छोलियां नाल रजाओ। गुरु की नगरी दी संगत बाद इन्हां नूं समा देंगे। दसिया जी अमृतसर दी संगत आई है दर्शनां नूं, कहंदे पहलों पूड़ियां छोलियां नाल तसल्ली करा लियाओ, इन्हां दी रजा के लियाओ। फिर बाबा जी जो प्रसन्न होंदे सी, बाबा नंद सिंह जी संत सजान सुनी कहते एक बारी मैं बैठा पंगत विच ते बाबा जी प्रसन्न होए ते घ्यो चक लिया ते वरताउण लग पे सानू कीर्तनियां नूं
कहते मैं उत्ते हथ रखता भी ये पचना नहीं घ्यो भी मैनू घ्यो नहीं चाहिए। बाबा जी कहते पासे कर हथ, कहते बाबा जी मैनू पचना नहीं घ्यो ते घ्यो रहन दिओ। कहते असीं फिर हथ दे उत्ते ही पा देंगे। कहते मैं हथ ना चक्या बाबा जी यही हथ किता ही बाबा जी हथ उत्ते ही घ्यो पाया जो गर्म सी माड़ा जा मैं खिंच लिया ते कौली च बावा घ्यो पा कहते घ्यो खाएगा फिर कीर्तन करेगा, ये रगा खुश्क हो जाती है। असी भी बंद किया होया ना अंदर घ्यो बंद किया होया भी खुश्की दिओ प्रशादा। अब पहला खादा बथेरा हैगा। बाबा जी दे लाड अजे के बाबा नंद सिंह जी बंदगी तो सवा दूजा कोई वचन नहीं करते, बंदगी तो सवा दूजा कोई काम नहीं करते। कोई अडंबर नहीं बाबे नंद सिंह दा कि मैं कुल्ली अपने वास्ते बना ला, कोई चोड़ा कोई जुत्ती किसी तरह का ख्याल ही नहीं। शरीर वास्ते कोई कार चाहिए, कोई चोड़ा चाहिए, कोई गड्डी चाहिए, इथों उथे जान का साधन चाहिए। कभी फुरना भी नहीं बाबा नंद सिंह ने बनाया, पर शक्तियां गड्डियां लेके खड़ जांदियां। वस्तुआं आण आण बाबा नंद सिंह अगे बेनतियां करदियां सी जी सानू कबूलो, साडा भला करो। तुहाडी सेवा च असीं लग गईयां ते रब दी सेवा च लग गईयां। कीर्तन नाम सिमरत हो जप लग संसार, कीर्तन नाम सिमरत हो जप लग संसार। गुरु रामदास के दरबार के कीर्तनीय होए ने बाबा श्याम सिंह जी। अमृत वेले एक दिन दास ने सुनिया जो कड़ाह प्रसादी पहली अरदास होंदी वो बाबा श्याम सिंह के स्थान तो आउंदी ते बाबा श्याम सिंह का नाम लैके वो देग की अरदास होंदी। अजे के कई कई लखां दे बस्तर चढ़ाउण वाले रोज छतर रमाले चाननियां उन्हां दे नां दी कदी अरदास नहीं हुई बोल के, पर उस कीर्तनीय दी उन्हां दा ये नेम सी कि कीर्तन करना ते गुरु रामदास नूं ही सुनाउणा है। ते जदों तक सुआस ने कीर्तन छड्डना नहीं, ढिले मठे भी होवांगे गुरु रामदास हथ रखण। पहली जिहड़ी आसा दी वार तो जिहड़ा पहला कीर्तन हुंदा है वो कीर्तन बाबा श्याम सिंह जी करते हुंदे सी ते नेम नाल करना। बेशक शरीर जवाब दे गया, चक के लेके जाते सी। जदों आवाज भी निकलनी बंद हो गई फिर भी जाके कीर्तन दे विच बैठते सी। जिहो जिहा हुंदा कीर्तन कर लैंदे सी, नाल दे
नाल बोली जाते सी। कई बारी आवाज़ निकलनी वाजे ते कई बारी ना, नाल दे साथियां ने बोली जाना, पर कीर्तन गुरु रामदास नूं सुणाउंदे रहे। उन्हां दी अजे कि कीर्तन हर थां ते शुरू हुंदा है आसा दी वार दा। आखो सी वाहिगुरू जी। एक हरमंदर साहिब है जिथे आसा दी वार तो पहलों दा भी कीर्तन होंदा है। वो बाबा श्याम सिंह जी ने शुरू किया सी। सब थावां ते किते भी जाओगे कीर्तन आसा दी वार तो आरंभ होंदा है, पर वो कीर्तन जुड़ के करते सी, आसा दी वार नहीं करते सी। गुरबाणी गाउंदे सी गुरु नानक पातशाह दे, गुरु रामदास दे चरनां नाल जुड़ के, ते उन्हां दा नां अज भी है। उस कीर्तनीए दा नाम भी, कीर्तनीए दी हाजरी अज भी है, क्योंकि कीर्तनिया हाजर ही है। आखो सी वाहिगुरू जी। वो ड्यूटी जेड़ा भी करेगा बाबा श्याम सिंह जी उहदे नाल ही बैठे होणगे, क्योंकि जेड़े इस अवस्था ते ही मर मिटे वो उत्थे ही समा जाते हैं। जिस अवस्था दे कोई मर मिटदा है उस अवस्था ते उनका वासा उत्थे ही हुंदा है। जय कीर्तन तेरा साधु गावे, तै मेरा मन लागे। आपा भी मंगीए जी, सानू भी ओ कीर्तन दी। भगत कबीर जी ने क्या, राम जपो कबीरा राम जपो, पर कहते जप जप ओ जिहड़ा ध्रू प्रहलाद ने जपिया सी। फर्क है ना, जपन वालियां दा फर्क है, ध्रू प्रहलाद वाला राम जिहड़ा वो वखरा सी। इस करके कीर्तन की दात गुरु नानक साहब तो लईए। कीर्तनीए बड़े हुए ने संसार विच। बाबा जी एक कीर्तनिया नूं कहन लगे, तुहाडे नालों आखो सी वो कीर्तन करन वाले सी, पर बिल्कुल माया दे लोभी लालची सी। उन्हां दे अंदर एक भी खाना कीर्तन भगती वाला नहीं सी। बिल्कुल माया दे लोभी लालची सी। जे कीर्तन करना किसी साधु संत गुरु घर नूं बख्शना नहीं, माया रखो ते शब्द पढ़ांगे, भावें एक पढ़ा लो भावें दो। कोई एक खाना रखिया ही नहीं सी कि एक थां कोई होवे जिथे कर लईए ते उत्थे कीर्तन ही करिए। बाबा जी इहो जिहे नूं वेख के इस सतगुरां ने, बाबा जी नहीं सतगुरां ने भी नहीं बख्शिया। वो कहते कोई गावे रागी नादी बेदी वो भांत कर नहीं, हर हर पीजे राम राम। फिर उन्होंने कहते जिन्ना अंतर कपट, यही है वकार है माया का, ते कपटे के असी माया ते ही कीर्तन करना है। किसी साधु किसी संत किसी साध संगत विच कीर्तन करना ही नहीं। जे पैसे मिलणगे ते करांगे, कोई निष्कामता वाला कोई खाना ही नहीं। फिर उन्होंने कहते जिन्ना अंतर कपट विकार है तिना रोए क्या कीजे। हर करता सब कुछ जानदा, सिर रोग हथ दीजे। जन नानक गुरमुख हिरदा शुद्ध है, हर भगत हर लीजे। बाबा जी कहते सी बाबा नंद सिंह जे तू कीर्तनी आए ते जरूर एक था ऐसा रखी कि जिथे कीर्तन की हाजरी लवाउणी जाके, ते गुरु नानक नूं कीर्तन सुनाउणा है। बाबा जी दे कीर्तनीए बहुते जिहड़े घरां विच कीर्तन की हाजरी भर लैंदे सी, बच्चिआं नूं नाल लै के, परिवार नूं नाल लै के। भाई बहादुर सिंह जी नूं दास ने वेखिया, एक बारी रात रहा सी उन्हां दे घरे, सवेरे फिर बच्चियां समेत उन्हां कीर्तन कीता। संत करतार सिंह जी दे घर दास ने देखिया, सारे बच्चे तो उठ के वो कीर्तन करते सी रोज सवेरे शाम। बहुत परिवार ने जेड़े सवेरे शाम
घरां च सतगुरु दे चरनां च सारा परिवार हाजरी भरदा है। कीर्तन दी आ भजन सुनिए अरदासीए। इन्हां दे भी दास देखदा रहा जदों स्कूल सेवा चलदी सी, कई वारी इन्हां कोल आ जाना। ये भी अमृत वेले उठ के गुरु साहब की हजूरी कीर्तन करना सारे परिवार ने बैठ के, ते शामां नूं भी कीर्तन दी हाजरियां देनियां। इसे लालच नूं मैं आ जांदा सी। कई वारी स्कूल नहीं सी अजे प्रोग्राम बनिया, तो चलो उत्थे सवेरे शाम कीर्तन कर लवांगे। सेवा चल रही सी स्कूल दे विच, बाबा जी ने ड्यूटी इत्थे लाई सी दास दी। घर दे विच कीर्तन होवे, गुरु नानक पातशाह नूं सुनाइए सवेरे शाम। संत सजान सुनी कहंदे किते चले भी जाइए असी, कीर्तन नहीं बंद होंदा, मगरों बच्चे कर लेंदे ने। आखो श्री वाहिगुरू। उन्हां दे बचन सामने तां नहीं सुने, अज सुन रहे हैं। कहंदे ऐसी बाबा जी ने कीर्तन की परवाह घर विच चलाया। कहते किते चले भी जाइए मगरों फिर बच्चे बह के कीर्तन कर लेंदे, पर कीर्तन रोज हो जाता है घर सवेरे शाम होंदा है। हौली हौली सत्संगी भी जुड़ गए नाल, निरंकार टिकाणे भी ओहो जे बख्श दिंदा है, सतसंगी भी ओहो जे बख्श दिंदा है। जैसी भूख तैसी काबूल, सगल घटा का स्वामी। जेड़ी भुख साडे अंदर होएगी वो जरूर पूरी करेगा, पर भुखा ही लाइए। तुमरी कृपा ते पार प्रेम जोड़ जो दास, तुमरी कृपा ते पार दास। दास तेरे की बेनती रुद कर परवार, दास तेरे की बेनती रुद कर परवार। दास तेरे की बेनती रुद कर परवार, दास तेरे की बेनती रुद कर परवार। धन बाबा आनंद सिंह जी ते नाल उन्हां दे संत जवंत सिंह। बाबा जी बंदगी विच लीन रहिंदे सी। संत जवंत सिंह जी फौज विच भी रहे सन, ते इत्थे खाली जगह ते दोनों महापुरख फिरोजपुर जंगल सी बड़ा, इत्थे शहीदां दी यादगार बनी सी। उस यादगार विच एक अलंबारी विच गुरु ग्रंथ साहिब दा स्वरूप विराजमान सी। छोटे पीढ़े ते प्रकाश होंदा सी। वो अलंबारी अजे भी उत्थे हैगी। अलंबारी च विराजमान होंदा सी, पीढ़े ते प्रकाश होंदा सी। बाबा जी उस जंगल दे विच गुरु ग्रंथ साहिब दा आसन समझ के संत जवंत सिंह उन्हां नूं कीर्तन करन दा सुभाअ सी। रोज सवेरे शाम वो कीर्तन बिना नहीं रहिंदे सन। बाबा जी सतगुरु गुरु ग्रंथ साहिब ते कीर्तन की खुराक भी मिलनी ते बंदगी भी कर लैनी। दोनों महापुरख बंदगी करते सन। बाबा जी कीर्तन करना नहीं जानते सी, सुनते सन कीर्तन। बंदगी च ही रहे मुड़ तो लैके अलंबारी च विराजमान करते सी। गुरु ग्रंथ साहिब पीढ़े ते प्रकाश करते सी। खाना जिहा बक्सा जिहा बनिया सी, एक पीढ़े ते प्रकाश करते सन।
ਇੱਕ ਵਾਰੀ ਦੋਨਾਂ ਮਹਾਂਪੁਰਖਾਂ ਦੀ ਬਾਬਾ ਜੀ ਭੋਗ ਲਵਾ ਕੇ ਪ੍ਰਸ਼ਾਦ ਛਕਦੇ ਸੀ। ਮੰਗਦੇ ਨਹੀਂ ਸੀ ਕਿਸੇ ਤੋਂ, ਜੰਗਲ ਦੀਆਂ ਲੱਕੜਾਂ ਉੱਥੋਂ ਇਕੱਠੀਆਂ ਕਰਕੇ ਵੇਚ ਆਉਂਦੇ ਸੀ ਤੇ ਉਹਦਾ ਰਾਸ਼ਨ ਲੈ ਆਉਂਦੇ ਸੀ ਥੋੜਾ ਬਹੁਤਾ। ਸਾਧੂ ਫਕੀਰ ਕਿਹੜਾ ਕੋਈ ਹੈਗਾ ਸੀ ਵੀ ਕੋਈ ਜਾਣਦਾ ਪਛਾਣਦਾ ਨਹੀਂ ਸੀ, ਰੱਬ ਦੇ ਰੰਗੇ ਹੋਏ ਸਨ। ਕਿ ਕੋਈ ਗਰੀਬ ਆਇਆ ਹੈ ਲੱਕੜਾਂ ਦੀ ਪੰਡ ਵੇਚ ਕੇ ਗਿਆ ਹੈ। ਕੌਣ ਜਾਣਦਾ ਸੀ ਉਸ ਸਮੇਂ ਬਾਬਾ ਨਾਨਕ ਸਿੰਘ ਨੂੰ। ਲੱਕੜਾਂ ਜੰਗਲ ਚੋਂ ਇਕੱਠੀਆਂ ਕਰ ਲੈਣੀਆਂ, ਉਹਨਾਂ ਦੀ ਗੰਢ ਬੰਨ ਕੇ ਵੇਚ ਆਉਣੀਆਂ ਤੇ ਉਹਦਾ ਰਾਸ਼ਨ ਲੈ ਆਉਣਾ। ਜਦੋਂ ਮੁੱਕ ਜਾਣਾ ਫਿਰ ਜਾ ਕੇ ਲੱਕੜਾਂ ਵੇਚ ਕੇ ਉਹਨਾਂ ਕੋਲ ਰਾਸ਼ਨ ਲੈ ਆਉਣਾ। ਬੰਦਗੀ ਕਰਨੀ, ਕਿੰਨਾ ਉਹ ਅਣਵੀ ਭਗਤੀ ਵਾਲਾ ਸੀ। ਅਕਾਂਤਮਈ, ਕੋਈ ਪੂਜਾ ਨਹੀਂ, ਕੋਈ ਦੇਖਦਾ ਨਹੀਂ, ਕੋਈ ਮਾਣ ਨਹੀਂ, ਕੋਈ ਸਨਮਾਨ ਨਹੀਂ। ਦੋਨੋਂ ਹੀ ਵਿਰਾਗ ਪਿਆਰ ਵਿੱਚ ਭਗਤੀ 'ਚ ਜੁੜੇ ਹੋਏ ਆ। ਬਾਬਾ ਜੀ ਭੋਗ ਲਵਾ ਕੇ ਫਿਰ ਛਕਦੇ ਸਨ। ਸੰਤਾਂ ਨੇ ਸਵਾਲ ਕਰਤਾ ਵੀ ਇਹ ਪ੍ਰਸ਼ਾਦ ਗੁਰੂ ਨਾਨਕ ਸਾਹਿਬ ਦਾ ਛਕਦੇ ਨਹੀਂ, ਐਵੇਂ ਤੁਸੀਂ ਰੱਖ ਕੇ ਤੇ ਐਵੇਂ ਹੀ ਚੱਕ ਲੈਂਦੇ ਜੇ। ਬਾਬਾ ਜੀ ਆਪਣੀ ਭਾਵਨਾ ਦੁਆਰਾ ਸਮਝਦੇ ਸੀ ਕਿ ਸਤਿਗੁਰਾਂ ਨੇ ਛਕਿਆ। ਇਹ ਇਤਿਹਾਸਕ ਜ਼ਿਕਰ ਸਾਖੀ ਬਹੁਤ ਵਾਰੀ ਆਪਾਂ ਸੁਣੀ ਸੰਗਤਾਂ ਨੇ ਕਿ ਕਿਵੇਂ ਕਿਵੇਂ ਬਾਬਾ ਜੀ ਨੇ ਘਾਲਣਾ ਘਾਲੀ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ, ਵਰ ਮੰਗਣ ਵਾਸਤੇ ਆਖਿਆ। ਭੁੱਖੇ ਰਹੇ 2-4 ਦਿਨ, ਪ੍ਰਸ਼ਾਦਾ ਰੱਖਣਾ, ਕਹਿਣਾ ਜੇ ਛਕਣਗੇ ਛਕਾਂਗੇ। ਪਰ ਗੁਰੂ ਨਾਨਕ ਸਾਹਿਬ ਨੇ ਨਾ ਛਕਿਆ, ਇੱਧਰ ਵੀ ਨਾ ਛਕਿਆ, ਕਿਉਂਕਿ ਹਉ ਵੀ ਮੂੰਹ ਨਾ ਜੁਠਾਲ ਸਾਂ, ਤੂੰ ਰੁੱਠਾ ਮੈਂ ਕਿਹੋ ਨਾ ਸਿਖਾਵੇ। ਇਹ ਕੋਈ ਹੱਠ ਨਹੀਂ, ਕੋਈ ਦੂਜੇ ਕੰਮ ਨਹੀਂ, ਇਹ ਪਿਆਰ ਦੀਆਂ ਗੱਲਾਂ ਨੇ। ਆਖੋ ਸ੍ਰੀ ਵਾਹਿਗੁਰੂ। ਹੱਠ ਵਾਲੀਆਂ ਜਿਹਦਾ ਹੋਰ ਹੁੰਦੀਆਂ, ਕਿਸੇ ਗੱਲ ਤੇ ਬੱਚੇ ਰੁੱਸ ਪੈਣ ਵੀ ਮੈਂ ਰੋਟੀ ਨਹੀਂ ਖਾਣੀ, ਇਹ ਰੁੱਸੇ ਨਹੀਂ, ਇਹ ਪਿਆਰ ਹੈ ਕਿ ਤੁਸੀਂ ਖਾਓਗੇ ਤੇ ਤੁਹਾਡਾ ਸ਼ੀਰ ਪ੍ਰਸ਼ਾਦ ਹੀ ਖਾਣਾ। ਗੁਰੂ ਨਾਨਕ ਸਾਹਿਬ ਨੇ ਦਰਸ਼ਨ ਦਿੱਤੇ, ਪ੍ਰਸ਼ਾਦਾ ਛਕਿਆ। ਬਾਬਾ ਜੀ ਨੇ ਕੋਈ ਨਾ ਮੰਗਿਆ, ਕਿਆ ਮਹਾਰਾਜ ਤੁਹਾਡੇ ਦਰਸ਼ਨ ਚਾਹੀਦੇ ਸੀ, ਹੋਰ ਨਹੀਂ ਕੁਝ, ਉਹ ਹੋ ਗਏ, ਹੋਰ ਕੋਈ ਇੱਛਾ ਨਹੀਂ। ਸੰਤ ਜਵੰਤ ਸਿੰਘ ਜੀ ਨੇ ਕੀ ਮੰਗਿਆ ਕਿ ਮਹਾਰਾਜ ਹੁਣ ਕਿਰਪਾ ਕਰੋ, ਆਨੰਦ ਬਣਿਆ ਰਵੇ। ਜਦੋਂ ਕੀਰਤਨ ਕਰੀਏ ਤੁਸੀਂ ਸਾਹਮਣੇ ਬੈਠ ਕੇ ਸੁਣੋ। ਆਖੋ ਸ੍ਰੀ ਵਾਹਿਗੁਰੂ। ਜਦੋਂ ਵੀ ਕੀਰਤਨ ਮੈਂ ਕਰਾਂ ਤੁਸੀਂ ਐਵੇਂ ਹੀ ਸਾਹਮਣੇ ਬੈਠੇ ਹੋ ਜਿਵੇਂ ਹੁਣ ਬੈਠੇ ਹੋ, ਤੇ ਕੀਰਤਨ ਕਰਦਾ ਰਵਾਂ, ਤੁਹਾਨੂੰ ਸੁਣਾਉਂਦਾ ਰਵਾਂ। ਸੰਤ ਜਵੰਤ ਸਿੰਘ ਜੀ ਨੇ ਇਹ ਮੰਗ ਲਿਆ, ਬਾਬਾ ਜੀ ਨੇ ਮੰਗਿਆ, ਗੁਰੂ ਨਾਨਕ ਸਾਹਿਬ ਨੇ ਕਿਹਾ ਕੁਝ ਮੰਗਣਾ ਪਏਗਾ। ਆਖੋ ਸੀ ਇਹ ਸਾਡਾ ਧਰਮ ਹੈ। ਜਦੋਂ ਅਸੀਂ ਦਰਸ਼ਨ ਦਿੰਦੇ ਆ ਫਿਰ ਕੋਈ ਨਾ ਕੋਈ ਦਾਤ ਵੀ ਜ਼ਰੂਰ ਦਿੰਦੇ ਆ। ਆਖੋ ਸ੍ਰੀ ਵਾਹਿਗੁਰੂ। ਰਾਜਾ ਕਿਸੇ ਦੇ ਘਰ ਜਾ ਕੇ ਰੋਟੀ ਖਾ ਕੇ ਆਵੇ, ਉਹ ਦੇ ਕੇ ਹੀ ਆਉਂਦਾ ਹੈ, ਦਿੱਤੇ ਬਗੈਰ ਨਹੀਂ। ਪੁਰਾਣੇ ਸਿਆਣਿਆਂ ਨੂੰ, ਮੈਂ ਬਜ਼ੁਰਗਾਂ ਨੂੰ, ਹੋਰਨਾਂ ਨੂੰ, ਅੱਜ ਕੱਲ੍ਹ ਵੀ ਲੋਕ ਕਰਦੇ ਹੋਣਗੇ, ਪਹਿਲੇ ਸਮਿਆਂ 'ਚ ਲੋਕ ਕਰਦੇ ਸੀ। ਜਦੋਂ ਕੋਈ ਰਿਸ਼ਤੇਦਾਰ ਜਾਂਦਾ ਸੀ ਕਿਸੇ ਕੋਲ, ਰਹਿਣਾ 2 ਦਿਨ 4 ਦਿਨ, ਮੁੜ ਕੇ ਉਹ ਛਿੱਲੜ ਕਹਿੰਦੇ ਸੀ, 2-2 ਛਿੱਲੜ ਬੱਚਿਆਂ ਨੂੰ ਵੀ ਦੇ ਦਿਓ। ਕਿਸੇ ਨੂੰ 10, ਕਿਸੇ ਨੂੰ ਰੁਪਈਆ। ਸਾਨੂੰ ਵੀ ਝਾਕ ਹੁੰਦੀ ਸੀ ਵੀ ਸਾਡਾ ਮਾਮਾ, ਚਾਚਾ, ਤਾਇਆ ਕੋਈ ਆਇਆ, ਸਾਨੂੰ ਰੁਪਈਆ 2 ਰੁਪਈਆ ਦੇ ਕੇ ਜਾਏਗਾ। ਜਿਹੜਾ ਕੋਈ ਰਿਸ਼ਤੇਦਾਰ ਆਉਂਦਾ ਸੀ ਉਹ ਬੱਚਿਆਂ ਨੂੰ ਪੈਸੇ ਵੀ ਨਾਲ ਦੇ ਕੇ ਜਾਂਦਾ ਸੀ। ਉਹਨਾਂ ਦਾ ਧਰਮ ਸੀ ਰਿਸ਼ਤੇਦਾਰਾਂ ਦਾ, ਆਪਣਾ ਧਰਮ ਪਾਲਦੇ ਸਨ ਲੋਕ। ਇਹੀ ਕੱਲ ਆਪਾਂ ਸੁਣਿਆ ਹੈ ਕਿ ਲੋਕ ਆਪਣੇ ਧਰਮ ਕਰਮ ਛੱਡ ਜਾਣਗੇ। ਕੋਈ ਆਪਣੇ ਵੱਡੇ
पितरां दा भी लिखिया, कोई पितरां नूं नहीं मन्नेगा, कोई देवतियां नूं, अपने गुरुआं पीरां नूं नहीं मन्नेगा, छड़ जाणगे की ये फोका हैगा, छड्डो पर इहदा नहीं कुछ भी। अपने वड्डियां दी याद विच कोई पाठ करा देना, कोई सिमरन कर लेना, ये गुरु घर दे पितर मनाउण दी मर्यादा है। दुनिया दे पितर होर तरह मनाए जांदे आ, वो नहीं प्रवान कीते गए। जीवत पितर ना माने कोई, मोए श्राद्ध कराइए। कहते जिउंदियां तू मां प्यो नूं पुछिया नहीं, हुण मरिया ते खीरा जा जा के देना है, पदार्थ बना बना के देना है गुरुद्वारे। असली प्यो नूं तां तू खुआया नहीं, ते वेलड़ा नूं जा जा के खुआउणा है। पितरी होए आधारो, आखो श्री वाहे। ਉਹ ਪਿਤਰਾਂ ਦੀ ਆਗਿਆ ਹੈ ਕਿ ਜੇ ਕਿ ਤੂੰ ਆਪਣੇ ਪਿਤਰਾਂ ਦੇ ਨਾਂ ਤੇ ਕੀਰਤਨ ਕਰੇਗਾ, ਬਾਣੀ ਪੜ੍ਹੇਗਾ, ਪਾਠ ਕਰਾਏਗਾ, ਤੇਰੇ ਪਿਤਰਾਂ ਦਾ ਉਧਾਰ ਹੋਏਗਾ। ਕਈ ਵਾਰੀ ਵਹਿਮ ਆ ਜਾਂਦੇ ਆ, ਜਾਂ ਸੱਚੇ ਜਾਂ ਕਿਵੇਂ ਆ, ਪਿਤਰਾਂ ਦੇ ਦੋਸ਼ ਲੱਗ ਜਾਂਦੇ ਕਈਆਂ ਨੂੰ, ਆਖੋ ਸ੍ਰੀ ਵਾਹਿਗੁਰੂ। ਉਹ ਫਿਰ ਉਹਨਾਂ ਦੇ ਵਿਗੜ ਪੈਣੇ ਸ਼ੁਰੂ ਹੋ ਜਾਂਦੇ ਆ। ਉਹਨਾਂ ਨੂੰ ਦਿਸਦਾ ਵੀ ਇਹ ਹੁੰਦੇ ਵੀ ਇਹ ਕਿ ਸਾਡੇ ਆ ਵੱਡੇ ਵਡੇਰੇ ਆ ਨੁਕਸ ਪੈ ਰਿਹਾ ਸਾਡੇ। ਇੱਕ ਇੱਥੇ ਕੋਠਿਆਂ ਦੇ ਸਨ, ਉਹਨੇ ਦੇ ਕਿਸੇ ਵੱਡੇ ਦੀ ਮੌਤ ਹੋਈ ਤੇ ਕਲਿਆਣ ਨਾ ਹੋਈ। ਉਹ ਕਰਦਾ ਚੰਗੇ ਕੰਮ ਸੀ ਪਰ ਨਗੂਰਾ ਸੀ, ਤੇ ਉਹਨਾਂ ਹੀ ਉਹ ਪ੍ਰੇਤ ਦਾ ਰੂਪ ਧਾਰ ਗਿਆ, ਕਰੜੇ ਦਾ। ਕਿਸੇ ਤੋਂ ਵਸ ਵਿੱਚ ਹੀ ਨਾ ਆਵੇ। ਜਿਹੜਾ ਜਾਵੇ ਪਾਠ ਕਰੇ, ਕੋਈ ਖੰਡ ਪਾਠ ਕਰੇ, ਉਹਦੇ ਖੰਡ ਪਾਠ 'ਚ ਵਿਘਨ ਪਾ ਦੇ, ਖੰਡ ਪਾਠ ਦਾ ਫਲ ਹੀ ਨਾ ਮਿਲੇ। ਉਹ ਸੰਪੜ ਪਾਠ ਕਰਾਉਣ, ਸੰਪੜ ਪਾਠ 'ਚ ਵਿਘਨ ਪਾ ਦੇ, ਸੰਪੜ ਪਾਠ ਦਾ ਫਲ ਨਾ ਮਿਲੇ। ਅਖੀਰੀ ਕਿਸੇ ਨੇ ਕਿਹਾ ਵੀ ਤੁਸੀਂ ਸੰਤ ਮਲੂਕੇ ਵਾਲਿਆਂ ਕੋਲ ਜਾਓ, ਬਾਬਾ ਰਾਮ ਸਿੰਘ ਜੀ ਪੁੱਚੋ ਵਾਲਿਆਂ ਦੇ ਸੇਵਕ ਨੇ। ਉਹ ਹੁਣ ਪੁੱਛੋ ਵਾਲੇ ਤਾਂ ਨਹੀਂ, ਬਾਬਾ ਨੰਦ ਸਿੰਘ ਦੇ ਗੁਰ ਭਾਈ ਨੇ। ਉਹਨਾਂ ਕੋਲ ਬੜੇ ਸੋਧੇ ਹੋਏ ਪਾਠੀ ਨੇ, ਬੜੇ ਸ਼ੁੱਧ ਪਾਠੀ ਨੇ। ਹਰ ਪਾਠੀ ਦੀ ਉਹ ਮਰਜ਼ਾਦਾ ਰਖਾਉਂਦੇ ਆ। ਹਰ ਪਾਠ ਜਿਹੜਾ ਕਰਦੇ ਆ ਨਾਲ ਆਪ ਰਹਿ ਕੇ ਕਰਦੇ ਆ, ਤੇ ਬਚਨ ਦੇ ਕੇ ਮਰਜ਼ਾਦਾ ਪਰਿਵਾਰ ਤੋਂ ਰਖਾਉਂਦੇ ਆ, ਪਾਠੀਆਂ ਤੋਂ ਰਖਾਉਂਦੇ ਆ, ਫਿਰ ਪਾਠ ਕਰਦੇ ਆ। ਉਹ ਗੁਰਮੁਖ ਬਾਬਾ ਰਾਮ ਸਿੰਘ ਜੀ ਕੋਲ ਚਲੇ ਗਏ, ਮਲੂਕੇ ਵਾਲਿਆਂ ਕੋਲ। ਕਹਿਣ ਲੱਗੇ ਵੀ ਠੀਕ ਹੈ। ਕਹਿੰਦੇ ਜੀ ਪ੍ਰੇਤ ਬਹੁਤ ਵੱਡਾ ਸਾਡੇ ਘਰ, ਸਾਡੇ ਹੀ ਵੱਡਿਆਂ 'ਚ ਕੋਈ ਬਣਿਆ ਹੋਇਆ, ਤੇ ਬਹੁਤ ਨੁਕਸਾਨ ਸਾਡੇ ਕਰਦਾ ਹੈ। ਤੇ ਹਰ ਕਾਰਜ ਜਿਹੜਾ ਧਰਮ ਦਾ ਕਰੀਦਾ, ਉਹਦੇ ਕਲਿਆਣ ਵਾਸਤੇ ਉਹਨੂੰ ਵਿਗੜ ਪਾ ਜਾਂਦਾ ਉਹਦੇ 'ਚ, ਤੇ ਵਿਗੜ ਪਾਏ ਤੋਂ ਫਲ ਨਹੀਂ ਰਹਿੰਦਾ। ਫਿਰ ਆਖੋ ਸ੍ਰੀ ਵਾਹਿਗੁਰੂ। ਇਸ ਕਰਕੇ ਕਿਹਾ ਹੈ, ਵਿਗੜ ਨਾ ਕੋ ਲਾਗਤਾ, ਗੁਰ ਪਏ ਅਰਦਾਸ। रखवाला गोविंद राय, भगतन की रास। बिगड़ना को लागता, गुर पे अरदास।